गुड मॉर्निंग एवरीवन। अपने जो कल सब्जेक्ट दे विच एक्सपीरियंशियल लर्निंग दे विच जो आपां पेपर नंबर 7 हैगागा इहदे विच जिहड़ा आपां टॉपिक आपां डिस्कस कीता सीगा ਉਹ ਸੀਗਾ कि एक्सपीरियंशियल दी इंपॉर्टेंस ऑफ एक्सपीरियंशियल लर्निंग, अनुभवी सीखण दी महत्ता। देखो आपां स्टार्टिंग तो अपने जो सिलेबस दे विच अपने कोले करिकुलम दे विच आपां नूं मैंशन कीता होया हैगागा ਉਹ ਸੀਗਾ कि एक्सपीरियंशियल लर्निंग ਦਾ ਕਨਸੈਪਟ ਕੀ ਹੈਗਾਗਾ, ਉਸ ਦੀ ਨੇਚਰ ਕੀ ਹੈਗੀ ਹੈ, ਉਸ ਦੀ ਕੈਰੈਕਟਰਿਸਟਿਕਸ ਕੀ ਹੈਗੀਆਂ ਹਨ, ਇੰਪੋਰਟੈਂਸ ਕੀ ਹੈਗੀ ਹੈ। ਦੈਨ ਸਾਡੇ ਕੋਲੇ ਜਿਹੜਾ ਅੱਜ ਦਾ ਟੌਪਿਕ ਹੈਗਾਗਾ ਉਹ ਹੈਗਾਗਾ ਸਕੋਪ ਆਫ ਐਕਸਪੀਰੀਐਂਸ਼ੀਅਲ ਲਰਨਿੰਗ। ਸਕੋਪ ਨੂੰ ਅਸੀਂ ਪੰਜਾਬੀ ਦੇ ਵਿੱਚ ਜੇਕਰ ਟ੍ਰਾਂਸਲੇਟ ਕਰੀਏ ਤਾਂ ਅਸੀਂ ਉਸ ਨੂੰ ਖੇਤਰ ਕਹਿ ਦਿੰਦੇ ਹਾਂ। ਖੇਤਰ ਦੇਖੋ ਖੇਤਰ ਜਿਵੇਂ ਆਪਾਂ ਕਹਿੰਦੇ ਜ਼ੋਨ एरिया खेतर। स्कोप ऑफ एक्सपीरियंशियल लर्निंग इहनूं जिवें पंजाबी दे विच ट्रांसलेट करा अनुभवी सीखण दा, जेकर इस नूं आपां पंजाबी दे विच ट्रांसलेट करना होवे तां अनुभवी सीखण दा खेतर, अनुभवी सीखण दा खेतर, अनुभवी सीखण दा सीखण दा खेतर। ਇਹ ਸਾਡੇ ਕੋਲੇ ਅੱਜ ਦਾ ਟੌਪਿਕ ਹੈਗਾਗਾ ਅਨੁਭਵੀ ਸਿੱਖਣ ਦਾ ਖੇਤਰ। ਹੁਣ ਖੇਤਰ ਦੇਖੋ ਆਪਾਂ ਕਨਸੈਪਟ ਤੋਂ ਲੈ ਕੇ ਡੈਫੀਨੇਸ਼ਨਸ, ਆਫਟਰ ਦੈਟ ਆਪਾਂ ਡੈਫੀਨੇਸ਼ਨਸ ਦਾ ਆਪਾਂ ਕੰਕਲੂਜਨ ਵੀ ਡਿਸਕਸ ਕੀਤਾ ਕਿ ਐਕਸਪੀਰੀਐਂਸ਼ੀਅਲ ਲਰਨਿੰਗ ਤੋਂ ਕੀ ਭਾਵ ਹੈ ਔਰ ਉਸਦੀ ਧਾਰਨਾ ਕੀ ਹੈਗੀ। ਫਿਰ ਦੇਖੋ ਆਪਾਂ ਹਲੇ ਲਾਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਉਹਦੀ ਇੰਪੋਰਟੈਂਸ ਕੀ ਹੈਗੀ ਹੈ, ਮਹੱਤਤਾ ਕੀ ਹੈਗੀ ਹੈ। ਮਹੱਤਤਾ ਤੋਂ ਪਹਿਲਾਂ ਆਪਾਂ ਵਿਸ਼ੇਸ਼ਤਾਵਾਂ ਡਿਸਕਸ ਕੀਤੀਆਂ ਸੀਗੀਆਂ। ਤਾਂ ਜਿਵੇਂ ਜਿਵੇਂ ਆਪਾਂ ਇਸ ਟੌਪਿਕ ਨੂੰ ਹਰ ਇੱਕ ਟੌਪਿਕਸ ਦੇ ਨਾਲ ਅਨੁਭਵੀ ਸਿੱਖਣ ਨੂੰ ਆਪਾਂ ਜਿਵੇਂ ਜਿਵੇਂ ਅਲੱਗ-ਅਲੱਗ ਟੌਪਿਕਸ ਦੇ ਰਾਹੀਂ ਆਪਾਂ ਡਿਸਕਸ ਕਰ ਰਹੇ ਹੈਗੇ ਆ ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਅਨੁਭਵੀ ਜਿਹੜਾ ਸਿੱਖਣਾ ਹੈਗਾ ओवरऑल वो की करता है साडी एक धारणा बनाउंदा है कि प्रत्यक्ष ज्ञान नूं हासिल करके साडे विच ओह जिहड़ी ज्ञान दी एक विकास दा रूप हैगा वो एक अनुभव दे विच शामिल हो सके, रियलाइजेशन हो सके, साडे ते रिफ्लेक्शन दिसे, साडा रिव्यू बने, साडे विच ओह विचार शामिल होण भी जिहड़ी असीं प्रेजेंटेशन करनी हैगी है, प्रदर्शनी करनी जिहड़ी हैगी है ਉਹ ਅਨੁਭਵੀ ਹੋਣੀ ਚਾਹੀਦੀ ਹੈ। ਕਿਉਂਕਿ ਜਿਹੜਾ ਪ੍ਰਦਰਸ਼ਨ ਜਦੋਂ ਆਪਾਂ ਪ੍ਰਦਰਸ਼ਨੀ ਕਰਦੇ ਆ ਉਹਦੇ ਵਿੱਚ ਜਿਹੜੀਆਂ ਸਾਡੀਆਂ ਕਾਰਜਾਤਮਕ ਕਿਰਿਆਵਾਂ ਹੁੰਦੀਆਂ ਹਨ ਉਹ ਕੀ ਹੁੰਦੀਆਂ ਹਨ, ਸਾਡੀਆਂ ਇੱਕ ਸਾਡਾ ਗਿਆਨ ਦਾ ਇੱਕ ਰੂਪ ਹੁੰਦਾ ਹੈ। ਕਿਉਂਕਿ ਅਸੀਂ ਜੇਕਰ ਸਾਡੇ ਕੋਲ ਗਿਆਨ ਹਾਸਲ ਹੈਗਾ ਤਾਂ ਅਸੀਂ ਆਪਣੀ ਪ੍ਰਦਰਸ਼ਨੀ ਨੂੰ ਬਾਖੂਬੀ ਤਰੀਕੇ ਨਾਲ ਅਸੀਂ ਉਸ ਨੂੰ ਦਿਖਾ ਸਕਦੇ ਹਾਂ। ਉਹ ਚਾਹੇ ਅਸੀਂ ਐਜ਼ ਏ ਰੰਗਮੰਚ ਦੇ ਤੌਰ ਤੇ ਕਹਿ ਲਈਏ, ਐਜ਼ ਏ ਇੰਟਰਨਸ਼ਿਪ ਕਹਿ ਲਈਏ, ਜਿਹੜੀ ਸਾਡੇ ਇੱਕ ਜਦੋਂ ਸਾਡੇ ਇੰਜੀਨੀਅਰਿੰਗ ਦੇ ਡਿਪਲੋਮੇਸ ਹੁੰਦੇ ਹਨ ਜਾਂ ਕੋਈ ਵੀ ਪ੍ਰੋਫੈਸ਼ਨਲ ਕੋਰਸਸ ਹੁੰਦੇ ਹਨ ਤਾਂ ਉਹਨਾਂ ਬੱਚਿਆਂ ਨੂੰ ਥਿਊਰੀ ਤੋਂ ਇਲਾਵਾ ਪ੍ਰੈਕਟੀਕਲ ਜਿਹੜੀ ਨੌਲੇਜ ਹੈਗੀ ਆ ਉਹ ਇੰਟਰਨਸ਼ਿਪ ਦੇ ਦੌਰਾਨ ਹੀ ਦਿੱਤੀ ਜਾਂਦੀ ਹੈ। ਉਹ ਚਾਹੇ ਕੋਈ ਇਕਵਿਪਮੈਂਟਸ ਦੀ ਨੌਲੇਜ ਹੋਵੇ, ਇਕਵਿਪਮੈਂਟਸ ਹੁੰਦੇ ਨੇ ਜਿਹੜੇ ਸੰਦ ਹੁੰਦੇ ਨੇ, ਕੋਈ ਵੀ ਪ੍ਰੋਜੈਕਟ ਹੋਵੇ ਉਹਨਾਂ ਪ੍ਰੋਜੈਕਟਸ ਨੂੰ ਸੌਰਟ ਆਊਟ ਕਰਨ ਦੇ ਲਈ ਸਾਡੇ ਕੋਲ ਸੰਦਾਂ ਦਾ ਹੋਣਾ ਕੀ ਹੈ, ਜ਼ਰੂਰੀ ਹੈ। ਤਾਂ ਹੁਣ ਇਹਦੇ ਵਿੱਚ ਆਪਾਂ ਇਸ ਟੌਪਿਕ ਦੇ ਵਿੱਚ ਜਿਹੜੀ ਇੰਟਰੋਡਕਸ਼ਨ ਹੈਗੀ ਆ ਜਾਣ ਪਹਿਚਾਨ ਜਾਂ ਆਪਾਂ ਕਹਿ ਸਕਦੇ ਹਾਂ ਜੀ ਸਾਡੇ ਕੋਲੇ ਜਿਹੜੀ ਇਹਦੀ ਇੰਟਰੋਡਕਸ਼ਨ ਜਾਣ ਪਹਿਚਾਨ ਇਹਦੇ ਵਿੱਚ ਤੁਸੀਂ ਆਪਣੀ ਸ਼ਬਦਾਵਲੀ ਦੇ ਰਾਹੀਂ ਲਿਖ ਸਕਦੇ ਹੈਗੇ ਹੋ। ਕਿਵੇਂ ਲਿਖ ਸਕਦੇ ਹੈਗੇ ਹੋ ਕਿ ਜਿਹੜਾ ਵਿਦਿਆਰਥੀ ਹੈਗਾਗਾ ਉਹਦੀ ਜਿਹੜੀ ਇੰਟੈਲੈਕਚੁਅਲ ਪਾਵਰ ਹੈ, ਵਿਦਿਆਰਥੀ ਦੀ ਵਿਦਿਆਰਥੀ ਨੂੰ ਬੌਧਿਕ ਰਚਨਾਤਮਕ ਮਤਲਬ ਉਹਨੂੰ ਉਹਦੇ ਵਿੱਚ ਰੁਚੀ ਦੇ ਵਿੱਚ ਲੈ ਕੇ ਆਉਣਾ, ਸ਼ਾਮਲ ਕਰਨਾ, ਰੁਚੀ ਦੇ ਵਿੱਚ ਉਸ ਵਿਸ਼ੇ ਦੇ ਵਿੱਚ ਉਸ ਕਾਰਜ ਦੇ ਵਿੱਚ ਰੁਚੀ ਲੈ ਕੇ ਆਉਣੀ, ਰਚਨਾਤਮਕ, ਭਾਵਨਾਤਮਕ, ਸਮਾਜਿਕ ਮਤਲਬ ਅਸੀਂ ਇਮੋਸ਼ਨਲੀ ਵੀ ਅਸੀਂ ਉਹਦੇ ਨਾਲ ਜੁੜੇ ਹੋਣੇ ਚਾਹੀਦੇ ਹਾਂ। ਜੋ ਕਾਰਜ ਜਾਂ ਜੋ ਕਿਰਿਆਵਾਂ ਅਸੀਂ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਕਰ ਰਹੇ ਹਾਂ ਕਿਸੇ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ, और समाजिक तौर पर ਅਸੀਂ जुड़े होने चाहिए हैं। समाजिक के नाम की है शरीरिक, इन्हां सारी चीज़ों ਨੂੰ
ਸ਼ਾਮਲ ਕਰਨ ਦੇ ਲਈ ਜਾਂ ਸ਼ਮੂਲੀਅਤ ਕਰਨ ਦੇ ਲਈ ਜਿਹੜਾ ਅਨੁਭਵੀ ਸਿੱਖਣ ਦਾ ਇੱਕ ਖੇਤਰ ਜਿਹੜਾ ਹੈਗਾ ਸਾਨੂੰ ਉਹ ਵੱਖ-ਵੱਖ ਰੂਪਾਂ ਦੇ ਵਿੱਚ ਮਿਲਦਾ ਹੈ। ਦੇਖੋ ਇਹ ਸਮਾਜਿਕ ਵੀ ਹੋ ਸਕਦਾ ਹੈ, ਭਾਵਾਤਮਕ ਵੀ ਹੋ ਸਕਦਾ ਹੈ, ਰਚਨਾਤਮਕ ਵੀ ਹੋ ਸਕਦਾ ਹੈ ਔਰ ਇਹ ਬੌਧਿਕ ਵੀ ਹੋ ਸਕਦਾ ਹੈ, ਸਰੀਰਕ ਵੀ ਹੋ ਸਕਦਾ ਹੈ। ਇੱਥੇ ਆਪਾਂ ਲਿਖ ਸਕਦੇ ਹਾਂ ਜੀ ਇਹ ਕੀ ਹੈਗਾ ਇਹ ਵਿਅਕਤੀ ਦੇ ਬੌਧਿਕ, ਸਰੀਰਕ, ਭਾਵਾਤਮਕ, बौद्धिक, शारीरिक, भावात्मक और साडे कोले बौद्धिक हो गया जी, समाजिक, देखो जेड़ा एक ही है कहते एक व्यक्ति दे बौद्धिक, शारीरिक, भावात्मक, समाजिक जड़ियां ਇਹ ਰਚਨਾਤਮਕ ਵੀ ਆਪਾਂ ਇਹਦੇ ਨਾਲ ਆਪਾਂ ਐਡ ਕਰ ਸਕਦੇ ਹਾਂ ਅਤੇ ਰਚਨਾਤਮਕ ਕਿਰਿਆਵਾਂ ਕਰਨ ਦੇ ਲਈ अवसर मिलते हैं। अवसर की होंगे हैं साढ़े मौके मिलते हैं। ये असी इंट्रोडक्शन दे विच एक अनुभवी सीखण दा जो खेतर हैगा ਇਹਦਾ ਖੇਤਰ ਕੀ ਹੈਗਾ ਵੀ ਕਿਹੜੇ ਇੱਕ ਸਾਡੀ ਫਿਜ਼ੀਕਲੀ, ਸਾਡੀ ਇੰਟੈਲੈਕਚੁਅਲੀ, ਸਾਡੀ ਮੈਂਟਲੀ, ਸਾਡੀ ਆਪਾਂ ਕਹਿੰਦੇ ਨੇ ਸੋਸ਼ਲੀ ਔਰ ਸਾਡੀ ਕ੍ਰੀਏਟੀਵਿਟੀ ਦੇ ਨਾਲ ਇਹ ਸਾਨੂੰ ਕੀ ਹੈਗੇ ਨੇ ਓਪਰਚੁਨਿਟੀਜ਼ ਦਿੰਦਾ ਹੈ। ਮਤਲਬ ਅਸੀਂ ਇਹ ਨਹੀਂ ਵੀ ਅਸੀਂ ਕਲਾਸਰੂਮ ਦੇ ਵਿੱਚ ਬੈਠੇ ਆ ਸਿਰਫ ਸਾਡਾ ਅਨੁਭਵੀ ਸਿੱਖਣ ਦਾ ਉਹੀ ਖੇਤਰ ਹੈ, ਨਹੀਂ। ਦੇਖੋ ਆਪਾਂ ਸਟਾਰਟਿੰਗ ਤੋਂ ਜਦੋਂ ਆਪਾਂ ਮੀਨਿੰਗ ਡਿਸਕਸ ਕੀਤਾ ਸੀਗਾ ਉਹਦੇ ਵਿੱਚ ਡੈਫੀਨੇਸ਼ਨਸ ਵੀ ਆਪਾਂ ਡਿਸਕਸ ਕੀਤੀਆਂ ਸੀਗੀਆਂ। अनुभवी सीखण दी जो क्रियावां ने सानू किसी भी स्थान, किसी भी समय दे उत्ते सानू ਵੱਖ-ਵੱਖ क्रियावां दे राही उसे कार्य ਨੂੰ पूरा ਕਰਨ ਦੇ ਲਈ ਕੀ ਮਿਲਦੇ ਹਨ, ਸਾਨੂੰ ਅਵਸਰ ਮਿਲਦੇ ਹਨ, ਸਾਨੂੰ ਮੌਕੇ ਮਿਲਦੇ ਹਨ। ਉਹ ਜਿਹੜੀਆਂ ਓਪਰਚੁਨਿਟੀਜ਼ ਮਿਲਦੀਆਂ ਹਨ ਵਾਰ-ਵਾਰ ਉਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਜਾਂ ਉਹਦੇ ਵਿੱਚ ਨਿਊ ਟੈਕਨੀਕਸ ਨੂੰ ਐਡ ਕਰਨ ਦੇ ਲਈ ਨਵੇਂ ਤੋਂ ਨਵੇਂ ਮੈਥਡ ਨੂੰ ਜੋੜਨ ਦੇ ਨਾਲ ਉਹ ਜਿਹੜੀਆਂ ਮੌਕੇ ਜਾਂ ਅਵਸਰਾਂ ਦੀ ਗੱਲ ਹੋ ਰਹੀ ਹੈਗੀ ਆ ਉਹ ਇੱਕ ਅਨੁਭਵੀ ਸਿੱਖਣ ਦਾ ਕੀ ਹੈਗਾ ਇੱਕ ਖੇਤਰ ਹੈ। ਹੁਣ ਇਸ ਖੇਤਰ ਨੂੰ ਅਸੀਂ ਵੱਖ-ਵੱਖ ਸਬ ਪੁਆਇੰਟਸ ਦੇ ਨਾਲ ਡਿਸਕਸ ਕਰਾਂਗੇ। ਉਹ ਖੇਤਰ ਜਿਹੜਾ ਹੈਗਾਗਾ ਆਪਾਂ ਕਹਿੰਦੇ ਨੇ ਵੀ ਫਸਟ ਜਿਹੜਾ ਸਬ ਪੁਆਇੰਟ ਹੈ ਸਾਡੇ ਕੋਲੇ ਉਹਨੂੰ ਤੁਸੀਂ ਲਿਖ ਲਓ ਜੀ ਇੱਕ ਵਿਸ਼ਾਲ ਛਤਰੀ ਪਦ। ਸਬ ਪੁਆਇੰਟ ਸਾਡੇ ਕੋਲੇ ਜੀ ਇੱਕ ਵਿਸ਼ਾਲ ਛਤਰੀ ਪਦ। हाँ जी ये साडे कोल सब पॉइंट हैगा खेतर दा अनुभवी सीखण दा खेतर दा। इहनू जेकर आपां इंग्लिश दे विच ट्रांसलेट करना होवे तां इहनू ਅਸੀਂ ਕਹਿ ਸਕਦੇ ਹਾਂ a broad umbrella team टर्म ਆਪਾਂ ਕਹਿ ਸਕਦੇ ਹਾਂ a broad umbrella team मतलब ਕੀ ਹੈਗਾਗਾ ਵਿਸ਼ਾਲ ਜਿਹੜਾ ਸ਼ਬਦ ਹੈਗਾਗਾ abroad ਇਹ umbrella ਦਾ ਇੱਕ ਰੂਪ ਲੈ ਕੇ ਆਉਂਦਾ ਹੈ। मतलब ਆਪਾਂ ਕੀ ਕਹਿ ਸਕਦੇ ਹਾਂ ਜਿਹੜਾ ਸਾਡੇ ਕੋਲੇ ਇੱਕ ਅਨੁਭਵੀ ਸਿੱਖਣ ਦੀ ਗੱਲ ਹੋ ਰਹੀ ਹੈ ਉਹਦਾ ਜਿਹੜਾ ਖੇਤਰ ਜਿਹੜਾ ਹੈਗਾ ਸਾਡੇ ਕੋਲੇ ਉਹ ਕਿਸ ਰੂਪ ਦੇ ਵਿੱਚ ਮਿਲਦਾ ਹੈ ਸਾਡੇ ਕੋਲੇ ਜੀ ਇੱਕ ਵਿਸ਼ਾਲ ਛਤਰੀ ਦੇ ਰੂਪ ਦੇ ਵਿੱਚ ਮਿਲਦਾ ਹੈ। ਮਤਲਬ ਇਹ ਨਹੀਂ ਹੈਗਾਗਾ ਇੱਕ ਹੀ ਜਗ੍ਹਾ ਹੋਊਗੀ, ਇੱਕੋ ਹੀ ਸਥਾਨ ਹੋਊਗਾ, ਇੱਕੋ ਜਿਹਾ ਵਾਤਾਵਰਣ ਮਿਲੂਗਾ। ਤਾਂ ਅਨੁਭਵੀ ਸਿੱਖਣਾ ਕੀ ਹੈਗਾ ਜਿਵੇਂ ਅਸੀਂ ਪ੍ਰਤੱਖ ਰੂਪ ਦੇ ਵਿੱਚ ਅਸੀਂ ਗਿਆਨ ਹਾਸਲ ਕਰਦੇ ਜਾਂਦੇ ਆ ਤਾਂ ਸਾਡੇ ਵਿੱਚ ਜੋ ਕਿਰਿਆਵਾਂ ਦੇ ਰਾਹੀਂ ਜੋ ਅਨੁਭਵ ਹਾਸਲ ਹੁੰਦਾ ਹੈ ਐਕਚੁਅਲ ਦੇ ਵਿੱਚ ਉਹੀ ਸਾਡੀ ਕੀ ਹੈਗੀ ਇੱਕ ਵਿਸ਼ਾਲ ਛਤਰੀ ਦੇ ਹੇਠਾਂ ਅਸੀਂ ਕੀ ਕਰ ਰਹੇ ਹੈਗੇ ਕਾਰਜ ਕਰ ਰਹੇ ਹੈਗੇ।
ਤਾਂ ਇਹਦੇ ਵਿੱਚ ਕੀ ਹੈਗੀ ਆ, ਜਿਵੇਂ ਪ੍ਰਯੋਗਸ਼ਾਲਾਵਾਂ ਹੋ ਗਈਆਂ ਸਾਡੀਆਂ ਜਾਂ ਲੈਬੋਰਟਰੀਜ਼ ਹੋ ਗਈਆਂ ਸਾਡੀਆਂ, ਔਰ ਜਿੱਥੇ ਸਾਡੀ ਇੰਟਰਨਸ਼ਿਪ ਲੱਗਦੀ ਹੈ ਉਹਨਾਂ ਸਥਾਨਾਂ ਦੀ ਗੱਲ ਕੀਤੀ ਜਾਂਦੀ ਹੈਗੀ ਆ। ਸਾਡਾ ਕੋਈ ਪਲੇਗਰਾਊਂਡ ਹੋ ਸਕਦਾ ਹੈਗਾ। ਤਾਂ ਜਿਹੜਾ ਅਸੀਂ ਇਹਦੇ ਵਿੱਚ ਕੀ ਹੈਗੀ ਆ, ਅਸੀਂ ਸਹਿਕਾਰੀ ਤੌਰ ਤੇ ਸਿੱਖਦੇ ਹਾਂ, ਰੋਮਾਂਚਕ ਵੀ ਸਿੱਖਦੇ ਹਾਂ। ਰੋਮਾਂਚਕ ਤੌਰ ਤੇ ਮਤਲਬ ਜਿਵੇਂ ਆਪਾਂ ਪੋਇਟਰੀ ਸੈਕਸ਼ਨ ਲਿਆ ਸੀਗਾ ਤਾਂ ਉਹਦੇ ਵਿੱਚ ਰੋਮਾਂਚਕ ਦੀ ਗੱਲ ਹੁੰਦੀ ਹੈ। ਤਾਂ ਰੋਮਾਂਚਕ ਦੇ ਸਿੱਖਣ ਦੇ ਨਾਲ ਨਾਲ ਅਨੁਭਵੀ ਸਿੱਖਣ ਦੀ ਵੀ ਗੱਲ ਹੁੰਦੀ ਹੈ, ਫਿਰ ਸ਼ਾਗਿਰਦੀ ਦੀ ਗੱਲ ਹੁੰਦੀ ਹੈ, ਮਤਲਬ ਇੰਟਰਨਸ਼ਿਪ ਦੀ ਗੱਲ ਹੁੰਦੀ ਹੈ। ਦੇਖੋ ਇਹਦੇ ਵਿੱਚ ਕੀ ਹੈਗਾਗਾ, ਅਨੁਭਵੀ ਸਿੱਖਣ ਦੇ ਵਿੱਚ ਜਿਹੜੀ ਛਤਰੀ ਦੀ ਗੱਲ ਹੋ ਰਹੀ ਹੈ, ਮਤਲਬ ਇਹ ਕੀ ਹੈਗਾ ਕਿ ਇੱਕ ਵਿਸ਼ਾਲ ਰੂਪ ਹੈ, ਇਹਦਾ ਕੋਈ ਦਾਇਰਾ ਲਿਮਟਡ ਨਹੀਂ ਹੁੰਦਾ। ਔਰ ਇਹ ਵਿਸ਼ਾਲ ਰੂਪ ਦੇ ਹੋਣ ਦੇ ਨਾਲ ਕੀ ਹੈਗਾਗਾ, ਵੱਖ-ਵੱਖ ਸਥਾਨਾਂ ਤੇ ਅਸੀਂ ਵੱਖ-ਵੱਖ ਸਾਡੀਆਂ ਰੋਮਾਂਚਕ ਕਿਰਿਆਵਾਂ ਹੋਣਗੀਆਂ। ਸਾਡਾ ਰੋਮਾਂਚਕ ਕਿਰਿਆਵਾਂ ਦੇ ਨਾਲ ਸਾਡੇ ਵਿੱਚ ਜਿਹੜਾ ਹੈਗਾ ਸਹਿਕਾਰੀ ਸਿੱਖਣਾ, ਇਹਦੇ ਵਿੱਚ ਆਪਾਂ ਲਿਖ ਵੀ ਸਕਦੇ ਹਾਂ ਕਿ ਸਹਿਕਾਰੀ ਸਿੱਖਣਾ, ਸਹਿਕਾਰੀ ਸਿੱਖਣਾ, ਸਹਿਕਾਰੀ ਸਿੱਖਣਾ। ਫਿਰ ਹੈਗਾ ਜੀ ਸਾਡੇ ਕੋਲ ਰੋਮਾਂਚਕ ਤੌਰ ਤੇ ਸਿੱਖਣਾ, ਰੋਮਾਂਚਕ ਸਿੱਖਣਾ, ਸਾਡੀ ਕ੍ਰੀਏਟੀਵਿਟੀ ਜਿਹਨੂੰ ਅਸੀਂ ਕਹਿ ਦਿੰਦੇ ਆ। ਸਹਿਕਾਰੀ ਸਿੱਖਣਾ ਔਰ ਰੋਮਾਂਚਕ ਸਿੱਖਣਾ, ਉਹਦੇ ਨਾਲ ਕੀ ਹੈਗਾ, ਅਨੁਭਵੀ ਸਿੱਖਣ ਦੇ ਵਿੱਚ ਸਾਡੇ ਕੋਲ ਇੱਕ ਸ਼ਾਗਿਰਦੀ ਦਾ ਰੂਪ ਵੀ ਆਉਂਦਾ ਹੈ ਅਤੇ ਸ਼ਾਗਿਰਦੀ ਸ਼ਾਗਿਰਦੀ ਦਾ ਰੂਪ ਵੀ ਸ਼ਾਮਲ ਹੁੰਦਾ ਹੈ। ਹੁਣ ਸ਼ਾਗਿਰਦੀ ਨੂੰ ਜਿਹੜਾ ਹੈਗਾ ਸ਼ਬਦ ਨੂੰ ਅਸੀਂ ਅਪ੍ਰੈਂਟਿਸਸ਼ਿਪ ਕਹਿ ਦਿੰਦੇ ਆ, ਔਰ ਇਹ ਸਾਡੀ ਕ੍ਰੀਏਟੀਵਿਟੀ ਲਰਨਿੰਗ ਹੈਗੀ ਆ, ਔਰ ਇਹ ਸਾਡੀ ਕੋਲੈਬੋਰੇਸ਼ਨ ਲਰਨਿੰਗ ਹੈਗੀ ਆ। ਕੋਲੈਬੋਰੇਸ਼ਨ ਲਰਨਿੰਗ ਦੇਖੋ, ਹੁਣ ਅਸੀਂ ਕੋਈ ਐਕਟੀਵਿਟੀ ਕਰ ਰਹੇ ਹਾਂ, ਸਪੋਜ਼ ਆਪਾਂ ਦੇਖੋ ਇੱਕ ਕਲਾਸਰੂਮ ਦੇ ਵਿੱਚ ਇੰਸਟਰੂਮੈਂਟਸ ਕੀ ਹੈਗੇ ਨੇ, ਸਾਡੇ ਕੋਲੇ ਚੇਅਰਸ ਹੈਗੇ ਨੇ, ਸਟੂਲਸ ਹੈਗੇ ਨੇ, ਸਾਡੇ ਕੋਲੇ ਮਾਰਕਰ ਬੋਰਡ ਹੈਗਾ, ਮਾਰਕਰ ਹੈਗਾ, ਸਾਡੇ ਕੋਲੇ ਟਿਊਬਲਾਈਟਸ ਲੱਗੀਆਂ ਹੋਈਆਂ ਨੇ, ਇੱਕ ਰੂਮ ਬਣਿਆ ਹੋਇਆ ਸਾਡੇ ਕੋਲ ਅਸੀਂ ਜੋ ਇਕਵਿਪਮੈਂਟ ਯੂਜ਼ ਕਰਦੇ ਹੈਗੇ ਕਲਾਸਰੂਮ ਦੇ ਵਿੱਚ, ਉਹਨਾਂ ਸਾਰਿਆਂ ਦੀ ਅਸੀਂ ਵਰਤੋਂ ਕਰਦੇ ਹਾਂ। ਪਰ ਉਹਨਾਂ ਦੀ ਵਰਤੋਂ ਕਰਨ ਦੇ ਲਈ ਸਾਡੇ ਕੋਲ ਕੀ ਹੋਣਾ ਚਾਹੀਦਾ ਹੈ, ਇੱਕ ਅਨੁਭਵ ਹੋਣਾ ਚਾਹੀਦਾ ਹੈ। ਤਾਂ ਉੱਥੇ ਇੱਕ ਅਧਿਆਪਕ ਜਦੋਂ ਇੱਕ ਅਧਿਆਪਨ ਕਿਰਿਆਵਾਂ ਸ਼ਾਮਲ ਕਰਦਾ ਹੈ, ਬੱਚਿਆਂ ਨੂੰ ਇੱਕ ਸਿੱਖਣ ਦੇ ਰੂਪ ਦੇ ਵਿੱਚ ਲੈ ਕੇ ਆਉਂਦਾ ਹੈ, ਤਾਂ ਉੱਥੇ ਸਭ ਤੋਂ ਪਹਿਲਾਂ ਇੱਕ ਸਹਿਯੋਗੀ ਕਿਰਿਆ ਦੇਖੀ ਜਾਂਦੀ ਹੈ, ਮਤਲਬ ਕੋਆਪਰੇਸ਼ਨ ਹੁੰਦੀ ਹੈ ਇੱਕ ਟੀਚਰ ਔਰ ਇੱਕ ਸਟੂਡੈਂਟ ਦੇ ਵਿਚਕਾਰ ਇੱਕ ਲਰਨਿੰਗ ਪਾਰਟਸ ਨੂੰ ਲੈ ਕੇ। ਤਾਂ ਉਸ ਤੋਂ ਬਾਅਦ ਕੀ ਹੈਗਾ, ਸਾਡੇ ਕੋਲੇ ਅਸੀਂ ਬੱਚਿਆਂ ਨੂੰ ਰੋਮਾਂਚਕ ਦੇ ਰੂਪ ਦੇ ਵਿੱਚ ਵੀ ਲੈ ਕੇ ਆਉਂਦੇ ਹਾਂ। ਕਈ ਵਾਰੀ ਇਹ ਹੁੰਦਾ ਹੈ, ਕੁਝ ਟੌਪਿਕ ਅਜਿਹੇ ਹੁੰਦੇ ਨੇ ਜਿਹਦੇ ਦੌਰਾਨ ਆਪਾਂ ਬੱਚੇ ਦਾ ਗਿਆਨ ਵੀ ਆਪਾਂ ਵੇਖਦੇ ਹਾਂ ਕਿ ਬੱਚੇ ਨੇ ਗਿਆਨ ਪਹਿਲਾਂ ਕਿੰਨਾ ਕੁ ਹਾਸਲ ਕੀਤਾ ਹੋਇਆ ਹੈ। ਤਾਂ ਕੀ ਜਿਹੜੀ ਬੱਚੇ ਨੇ ਪਹਿਲਾਂ ਐਜੂਕੇਸ਼ਨ ਲੈ ਕੇ ਜੋ ਗਿਆਨ ਹਾਸਲ ਕੀਤਾ ਹੈ, ਕੀ ਬੱਚੇ ਦੀ ਅੱਜ ਲਈ ਉਹ ਲੱਗਦਾ ਕਿ ਬੱਚੇ ਦੀ ਉਹ ਵੈਲਿਊਏਬਲ ਹੈਗੀ ਹੈ। ਤਾਂ ਇੱਕ ਟੀਚਰ ਤੇ ਡਿਪੈਂਡ ਕਰਦਾ ਹੈ ਕਿ ਉਹ ਉਸਦਾ ਖੇਤਰ ਬਣਾਵੇ, ਇੱਕ ਰੋਮਾਂਚਕ ਰੂਪ ਦੇ ਵਿੱਚ ਉਸ ਨੂੰ ਮੌਕਾ ਦੇਵੇ, ਉਸ ਨੂੰ ਅਵਸਰ ਦਿੱਤੇ ਜਾਣ। ਐਲਟੀ ਸਾਡੇ ਕੋਲੇ ਸ਼ਾਗਿਰਦੀ ਦਾ ਰੂਪ ਆ ਗਿਆ। ਫਿਰ ਜਦੋਂ ਇਹ ਸਾਰੀ ਐਕਟੀਵਿਟੀਜ਼ ਕਲਾਸਰੂਮ ਦੇ ਵਿੱਚ ਪੂਰੀਆਂ ਹੋ ਜਾਂਦੀਆਂ ਹਨ, ਜਦੋਂ ਬੱਚੇ ਦਾ ਇੱਕ ਪ੍ਰੈਕਟੀਕਲੀ ਟਾਈਮ ਆਉਂਦਾ ਹੈ, ਚਾਹੇ ਉਹ ਲੈਕਚਰ ਨੂੰ ਡਿਲੀਵਰ ਕਰਨ ਦੀ ਗੱਲ ਆਉਂਦੀ ਹੈ ਜਾਂ ਕਿਸੇ ਟੂਲਸ ਦੀ ਵਰਤੋਂ ਕਰਕੇ ਕਿਸੇ ਮਟੀਰੀਅਲ ਨੂੰ ਕਿਸੇ ਪ੍ਰੋਡਕਟ ਦੇ ਰੂਪ ਦੇ ਵਿੱਚ ਸ਼ਾਮਿਲ ਕਰਨਾ, ਉਹਨੂੰ ਕਿਵੇਂ ਬਣਾਇਆ ਜਾ ਸਕਦਾ ਹੈ, ਕਿਹੜੇ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਪ੍ਰੋਡਕਟ ਨੂੰ ਬਣਾਉਣ ਦੇ ਲਈ, ਤਾਂ ਉੱਥੇ ਇੱਕ ਸ਼ਾਗਿਰਦੀ ਦਾ ਜਿਹੜਾ ਰੂਪ ਹੈਗਾ ਉਹ ਸਾਨੂੰ ਇੱਕ ਵਿਸ਼ਾਲ ਸ਼ਕਤੀ ਦੇ ਰੂਪ ਦੇ ਵਿੱਚ ਮਿਲਦਾ ਹੈ। ਅਸੀਂ ਇਹ ਨਹੀਂ ਵੀ ਜੋ ਚੀਜ਼ ਅਸੀਂ ਬੱਚੇ ਨੂੰ ਸਿਖਾਈ ਉਹੀ ਬੱਚੇ ਦੇ ਜੀਵਨ ਦੇ ਵਿੱਚ ਅੱਗੇ ਉਸ ਨੂੰ ਕਿਸੇ ਖੇਤਰ ਦੇ ਵਿੱਚ ਮਿਲੂਗੀ, ਨਹੀਂ, ਉਹ ਉਸ ਲਈ ਕੀ ਹੋਊਗੀ, ਸਹਿਯੋਗੀ ਹੋਊਗੀ, ਉਸ ਲਈ ਸਹਿਕਾਰੀ ਹੋਊਗੀ, ਕਿਉਂਕਿ ਉਹ ਇੱਕ ਉਹਦਾ ਵਾਤਾਵਰਣ ਸੀ ਸਿੱਖਣ ਦਾ। ਪਰ ਉੱਥੇ ਕੀ ਹੋਊਗਾ, ਉਸ ਨੂੰ ਪ੍ਰਤੱਖ ਆਪਣਾ ਅਨੁਭਵ ਜਿਹੜਾ ਹੈਗਾ ਕਿਰਿਆਵਾਂ ਦੇ ਵਿੱਚ ਸ਼ਾਮਲ ਕਰਨਾ ਪਊਗਾ। ਨੈਕਸਟ ਜਿਹੜਾ ਆਪਣੇ ਕੋਲੇ ਸਬ ਪੁਆਇੰਟ ਹੈਗਾ ਜੀ, ਉਹ ਹੈਗਾ ਡਿਜ਼ਾਈਨ ਮਾਡਲਾਂ ਦੀ ਵਿਸ਼ਾਲ ਸੀਮਾ। ਡਿਜ਼ਾਈਨ ਮਾਡਲਾਂ ਦੀ ਮਾਡਲਾਂ ਦੀ ਵਿਸ਼ਾਲ ਸੀਮਾ। ਇਹ ਸਾਡੇ ਕੋਲੇ
ਨੈਕਸਟ ਇੱਕ ਖੇਤਰ ਦੀ ਗੱਲ ਹੋਈ ਹੈ ਜੀ। ਅਨੁਭਵੀ ਸਿੱਖਣ ਦਾ ਇੱਕ ਖੇਤਰ ਕੀ ਹੈਗਾ, ਇੱਕ ਡਿਜ਼ਾਈਨ ਮਾਡਲਾਂ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ। ਹੁਣ ਜਿਹੜਾ ਸਾਡੇ ਕੋਲੇ ਅ ਵਾਈਡ ਰੇਂਜ ਆਫ ਡਿਜ਼ਾਈਨ ਮਾਡਲਸ, ਇਹਦੇ ਵਿੱਚ ਕੀ ਹੈਗਾਗਾ, ਜਿਹੜੀਆਂ ਸਾਡੇ ਕੋਲ ਇੱਕ ਵਿਅਕਤੀ ਨੂੰ ਜਦੋਂ ਅਸੀਂ ਪ੍ਰੈਕਟੀਕਲੀ ਗਿਆਨ ਦੇ ਵਿੱਚ ਲੈ ਕੇ ਆਉਣਾ ਹੋਵੇ, ਉਹਨਾਂ ਨੂੰ ਮਤਲਬ ਇੱਕ ਜਿਵੇਂ ਸਾਇੰਸ ਦਾ ਵਿਸ਼ਾ ਹੈ, ਦੇਖੋ ਉਹਦੇ ਵਿੱਚ ਕੁਝ ਪ੍ਰਯੋਗ ਕਰਵਾਏ ਜਾਂਦੇ ਸੀਗੇ। ਉਹ ਕੀ ਸੀਗਾ, ਇੱਕ ਪ੍ਰਯੋਗਿਕ ਗਿਆਨ ਦੇ ਵਿੱਚ ਵਾਧਾ ਕਰਨਾ। ਮਤਲਬ ਹਰ ਵਿਸ਼ੇ ਦੇ ਨਾਲ ਜੋ ਪ੍ਰਯੋਗਸ਼ਾਲਾਵਾਂ ਬਣੀਆਂ ਹਨ, ਉਹ ਇੱਕ ਵਿਸ਼ੇ ਨੂੰ ਇੱਕ ਪ੍ਰਤੱਖ ਕੀ ਹੈਗਾਗਾ ਗਿਆਨ ਹਾਸਲ ਕਰਨਾ, ਜਿਸ ਤੋਂ ਸਾਨੂੰ ਕੀ ਹੋਊਗਾ ਜੀ, ਅਨੁਭਵ ਹੋਊਗਾ ਕਿ ਅਸੀਂ ਇਸ ਕੰਮ ਨੂੰ ਬਾਖੂਬੀ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ, ਹੋਰ ਕਿਹੜੇ ਵਧੀਆ ਮੈਥਡ ਨੇ ਜਾਂ ਹੋਰ ਕਿਹੜੇ ਇਕਵਿਪਮੈਂਟਸ ਯੂਜ਼ ਕਰਕੇ ਉਸ ਪ੍ਰਯੋਗਸ਼ਾਲਾ ਦੇ ਵਿੱਚ ਉਸ ਪ੍ਰੋਜੈਕਟ ਨੂੰ ਕੀ ਹੈਗਾਗਾ ਪੂਰਾ ਕੀਤਾ ਜਾ ਸਕਦਾ ਹੈ। ਤਾਂ ਇਹਦੇ ਵਿੱਚ ਗੱਲ ਆ ਜਾਂਦੀ ਹੈ ਕਿ ਨਾਲ ਸਮੱਸਿਆ ਆਧਾਰਿਤ ਸਿੱਖਣਾ। ਦੇਖੋ ਇਹਦੇ ਵਿੱਚ ਮੈਂ ਨਾਮ ਲਿਖ ਦਿੰਦਾ ਜੀ ਸ਼ਾਰਟ ਫਾਰਮ ਦੇ ਵਿੱਚ, ਸਮੱਸਿਆ ਆਧਾਰਿਤ ਸਿੱਖਣਾ। ਹੁਣ ਸਮੱਸਿਆ ਆਧਾਰਿਤ ਕੀ ਸਿੱਖਣਾ ਹੈਗਾ ਜੀ, ਸਮੱਸਿਆ ਕੀ ਹੁੰਦੀ ਹੈ, ਸਾਡੀ ਪ੍ਰੋਬਲਮ ਬੇਸਡ ਲਰਨਿੰਗ। ਹੁਣ ਜਿਹੜੀ ਸਾਡੀ ਲਰਨਿੰਗ ਹੈਗੀ ਆ, ਉਹ ਪ੍ਰੋਬਲਮ ਬੇਸਡ ਦੇ ਉੱਪਰ ਟਿਕੀ ਹੋਈ ਹੈਗੀ ਆ। ਬੱਚੇ ਨੇ ਕਲਾਸਰੂਮ ਦੇ ਵਿੱਚ ਤਾਂ ਹੀ ਬੈਠਾ ਜੇਕਰ ਉਸ ਨੇ ਇਹ ਸਮੱਸਿਆਵਾਂ ਦੇਖੀਆਂ ਕਿ ਸਮਾਜ ਦੇ ਵਿੱਚ ਪੜ੍ਹੇ ਲਿਖੇ ਤੋਂ ਬਿਨਾਂ ਇੱਕ ਸਮਾਜ ਦੇ ਵਿੱਚ ਵਿਅਕਤੀ ਹੋਣ ਦੇ ਨਾਤੇ ਵਿਅਕਤੀਗਤ ਕੀ ਹੈਗੀ ਹੈ, ਇੱਕ ਗਤੀਸ਼ੀਲ ਪ੍ਰਕਿਰਿਆ ਸਾਡੇ ਵਿੱਚ ਨਹੀਂ ਪਾਈ ਜਾਂਦੀ। ਜੇਕਰ ਤੁਸੀਂ ਵਿਅਕਤੀਗਤ ਤੌਰ ਤੇ ਆਪਣੇ ਆਪ ਨੂੰ ਅਸੀਂ ਕਹਿ ਦਿੰਦੇ ਆ ਵਿਕਾਸ ਦੇ ਰੂਪ ਦੇ ਵਿੱਚ ਲੈ ਕੇ ਆਉਣਾ ਹੋਵੇ ਇੱਕ ਸਮਾਜ ਨੂੰ, ਤਾਂ ਉੱਥੇ ਸਾਡੇ ਕੋਲ ਵਿਅਕਤੀਗਤ ਗਿਆਨ ਹਾਸਲ ਹੋਣਾ ਚਾਹੀਦਾ ਸਿੱਖਿਆ ਦੇ ਰੂਪ ਦੇ ਵਿੱਚ। ਤਾਂ ਅਸੀਂ ਵੱਖ-ਵੱਖ ਕੋਰਸਾਂ ਦੇ ਵਿੱਚ ਦਾਖਲਾ ਲੈਂਦੇ, ਐਡਮਿਸ਼ਨਸ ਲੈਂਦੇ ਆ। ਤਾਂ ਉਸ ਐਡਮਿਸ਼ਨਸ ਦੇ ਦੌਰਾਨ ਅਸੀਂ ਵੱਖ-ਵੱਖ ਵਿਸ਼ਿਆਂ ਦਾ ਅਸੀਂ ਕਰਦੇ ਹੈਗੇ ਆ, ਗਿਆਨ ਦਾ ਭੰਡਾਰ ਹਾਸਲ ਕਰਦੇ ਆ। ਤਾਂ ਉਸ ਗਿਆਨ ਦੇ ਭੰਡਾਰ ਨੂੰ ਅਸੀਂ ਫਸਟ ਟਾਈਮ ਅਸੀਂ ਡਿਸਕਸ ਕਰਦੇ ਹੁੰਦੇ ਆ, ਸੈਕਿੰਡ ਟਾਈਮ ਲਈ ਅਸੀਂ ਉਸ ਨੂੰ ਆਦੀ ਸੂਝ-ਬੂਝ ਦੇ ਨਾਲ ਅਸੀਂ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਜੇਕਰ ਉਹ ਹੱਲ ਨਹੀਂ ਹੋਊਗਾ ਤਾਂ ਸਾਡੀ ਕੀ ਬਣ ਜੂਗੀ, ਸਮੱਸਿਆ। ਤਾਂ ਉਸ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸਾਡੇ ਕੋਲ ਕੌਣ ਬੈਠਾ ਹੋਊਗਾ, ਅਨੁਭਵੀ ਸਿੱਖਣ ਦਾ ਖੇਤਰ ਕੌਣ ਹੈਗਾ ਸਾਡੇ ਕੋਲੇ, ਇੱਕ ਅਧਿਆਪਨ ਦੀ ਪ੍ਰਕਿਰਿਆ ਜੋ ਕਿ ਸਾਨੂੰ ਕਿਹੜੀ ਹੈਗੀ ਹੈ, ਪ੍ਰਤੱਖ ਰੂਪ ਦੇ ਵਿੱਚ ਗਿਆਨ ਸਾਨੂੰ ਕੀ ਕਰਾਉਂਦੀ ਹੈ, ਹਾਸਲ ਕਰਵਾਉਂਦੀ ਹੈ। ਤਾਂ ਇਹ ਸਾਡੀ ਕੀ ਹੋਗੀ ਜੀ, ਇੱਕ ਡਿਜ਼ਾਈਨ ਬਣ ਜੂਗਾ ਇੱਕ ਮਾਡਲ ਦੇ ਰੂਪ ਦੇ ਵਿੱਚ। ਕਿਹੜਾ ਮਾਡਲ ਹੈ ਸਾਡੇ ਕੋਲੇ, ਸਮੱਸਿਆ ਆਧਾਰਿਤ ਸਿੱਖਣਾ। ਔਰ ਇਹਦੇ ਵਿੱਚ ਕੀ ਹੈਗੀ ਹੈ, ਜਗਿਆਸਾ ਆਧਾਰਿਤ ਸਿੱਖਣਾ। ਨੈਕਸਟ ਇਹਦੇ ਵਿੱਚ ਗੱਲ ਆ ਜਾਂਦੀ ਹੈ ਜੀ ਜਗਿਆਸਾ ਆਧਾਰਿਤ ਸਿੱਖਣਾ। ਹੁਣ ਦੇਖੋ ਜਗਿਆਸਾ ਦਾ ਮੀਨਿੰਗ ਕੀ ਹੈਗਾ, ਇੱਕ ਹੁੰਦਾ ਬੱਚੇ ਦੇ ਵਿੱਚ ਇੱਛਾ ਹੁੰਦੀ ਹੈ ਵੀ ਮੈਂ ਕਲਾਸਰੂਮ ਦੇ ਵਿੱਚ ਬੈਠ ਕੇ ਇੱਕ ਵਿਸ਼ੇ ਦੇ ਰਾਹੀਂ ਗਿਆਨ ਹਾਸਲ ਕਰਕੇ ਮੈਂ ਉਸ ਕੋਰਸ ਨੂੰ ਪੂਰਾ ਕਰਕੇ ਮੈਂ ਜਿਹੜੀ ਜੌਬ ਹੈਗੀ ਹੈ ਮੈਂ ਉਸ ਨੂੰ ਹਾਸਲ ਕਰ ਲਵਾਂਗਾ। ਇਹ ਉਸ ਦੇ ਵਿੱਚ ਕੀ ਹੈਗੀ, ਬਣੀ ਹੋਈ ਜਗਿਆਸਾ ਹੈ। ਤਾਂ ਉਸ ਜਗਿਆਸਾ ਨੂੰ ਪੂਰਾ ਕਰਨ ਦੇ ਲਈ ਇੱਕ ਅਨੁਭਵੀ ਖੇਤਰ ਦੇ ਵਿੱਚ ਜਦੋਂ ਉਸ ਨੂੰ ਅਸੀਂ ਸ਼ਾਮਿਲ ਕਰਦੇ ਹਾਂ ਤਾਂ ਉਸ ਜਗਿਆਸਾ ਨੂੰ ਇੱਕ ਲਰਨਿੰਗ ਪਾਰਟ ਦੇ ਵਿੱਚ ਲੈ ਕੇ ਆਉਣਾ ਪਊਗਾ। ਕਹਿਣ ਤੋਂ ਭਾਵ ਕੀ ਹੈਗਾ, ਅਗਰ ਕੋਈ ਵੀ ਕਾਰਜ ਹੋਵੇ ਬੱਚਿਆਂ ਨੂੰ ਜਦੋਂ ਅਸੀਂ ਵਿਅਕਤੀਆਂ ਨੂੰ ਜਦੋਂ ਅਸੀਂ ਕਲਾਸਰੂਮ ਦੇ ਵਿੱਚ ਅਸੀਂ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਦੇ ਹੈਗੇ ਆ, ਤਾਂ ਉਹਨਾਂ ਦੇ ਵਿੱਚ ਜਿਹੜੀ ਜਗਿਆਸਾ ਆਧਾਰਿਤ ਸਿੱਖਣ ਦਾ ਜਿਹੜਾ ਇੱਕ ਪਾਰਟ ਹੈਗਾ ਲਰਨਿੰਗ ਦਾ, ਉਹਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਉਹ ਉਸ ਦਾ ਕੀ ਹੈਗਾ, ਇੱਕ ਛਤਰੀ ਪਦ ਨੂੰ ਲੈ ਕੇ ਇੱਕ ਉਹ ਡਿਜ਼ਾਈਨ ਹੈ, ਇੱਕ ਉਹ ਮਾਡਲ ਹੈ। ਤਾਂ ਉਹਦੇ ਵਿੱਚ ਨੈਕਸਟ ਇਹਦੇ ਵਿੱਚ ਗੱਲ ਆ ਜਾਂਦੀ ਹੈ ਜੀ ਪ੍ਰੋਜੈਕਟ ਆਧਾਰਿਤ ਸਿੱਖਣਾ। ਪ੍ਰੋਜੈਕਟ ਆਧਾਰਿਤ ਸਿੱਖਣਾ, ਪ੍ਰੋਜੈਕਟ ਆਧਾਰਿਤ ਸਿੱਖਣਾ, ਪ੍ਰੋਜੈਕਟ ਆਧਾਰਿਤ ਸਿੱਖਣਾ। ਹੁਣ ਦੇਖੋ ਸਾਡੇ ਕੋਲ ਇਹਦੇ ਵਿੱਚ ਇੱਕ ਪ੍ਰੋਜੈਕਟ ਦੇ ਬੇਸ ਤੇ ਵੀ ਗੱਲ ਆ ਗਈ ਜੀ। ਮੈਂ ਵਾਰ-ਵਾਰ ਗੱਲ ਕੀਤੀ ਹੈਗੀ ਆ ਵੀ ਕਿਸੇ ਵੀ ਮਾਡਲ ਨੂੰ ਅਸੀਂ ਜਦੋਂ ਰਿਪਰੈਜ਼ੈਂਟ ਕਰਨਾ ਹੁੰਦਾ, ਪ੍ਰੈਜੈਂਟੇਸ਼ਨ ਦੇਣੀ ਹੁੰਦੀ ਹੈ ਇੱਕ ਮਾਡਲ ਦੇ ਉੱਤੇ, ਤਾਂ ਉਸ ਮਾਡਲ ਦੇ ਸਭ ਤੋਂ ਪਹਿਲਾਂ ਸਾਡੇ ਇੱਕ ਸਿੱਖਣ ਦੇ ਵਿੱਚ ਕੀ ਹੋਣਾ ਚਾਹੀਦਾ, ਸਾਡੇ ਕੋਲ ਅਨੁਭਵ ਹੋਣਾ ਚਾਹੀਦਾ ਹੈ।
ਤਾਂ ਉਹ ਸਾਡਾ ਖੇਤਰ ਹੈ। ਵੱਖ-ਵੱਖ ਖੇਤਰਾਂ ਦੇ ਵਿੱਚ ਅਸੀਂ ਜਾ ਕੇ ਅਸੀਂ ਅਨੁਭਵ ਨੂੰ ਹਾਸਲ ਕੀਤਾ ਔਰ ਉਸ ਗਿਆਨ ਨੂੰ ਅਸੀਂ ਇੱਕ ਪ੍ਰੋਜੈਕਟ ਦੇ ਬੇਸ ਦੇ ਉੱਤੇ ਅਸੀਂ ਕੀ ਕੀਤਾ, ਲਰਨਿੰਗ ਪਾਰਟ ਨੂੰ ਲੈ ਕੇ ਅਸੀਂ ਕੀ ਕਰ ਦਿੱਤਾ, ਉਸ ਦਾ ਪ੍ਰਦਰਸ਼ਨ ਕਰ ਦਿੱਤਾ। ਇਹ ਤਾਂ ਆਪਾਂ ਅਨੁਭਵੀ ਸਿੱਖਣ ਦਾ ਦੇਖੋ ਅੱਜ ਇੰਟਰੋਡਕਸ਼ਨ ਕੀਤੀ, ਉਸ ਦੇ 200 ਪੁਆਇੰਟ ਆਪਾਂ ਡਿਸਕਸ ਕੀਤੇ। ਇੱਕ ਵਿਸ਼ਾਲ ਛਤਰੀਪਦ, डिजाइन मॉडलों की विशाल सीमा, ये 200 पॉइंट आप डिस्कस किए हैं। नैक्सट लैक्चर दे विच ही आपां इसे टॉपिक नूं अनुभवी सीखण दा जो खेतर हैगा उस नूं आपां कंटिन्यू करांगे और नैक्सट लैक्चर तक आपां जिहड़ा इस टॉपिक दे प्रति जदों डिस्कस करांगे तां आपां इसका कंक्लूजन भी देखांगे, कंक्लूजन लिखांगे आपां आपदी शब्दावली दे अनुसार। थैंक यू।